ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਪਿਆਰੇ YouTube ਚੈਨਲ RK ਸਟੱਡੀ ਐਗਜ਼ਾਮ ਦੇ ਵਿੱਚ। ਸੋ ਗਾਈਜ਼, ਕੁਝ ਦੋਸਤਾਂ ਦੀ ਡਿਮਾਂਡ 'ਤੇ ਭੈਣ ਭਰਾ ਕੁਝ ਕਮੈਂਟ ਕਰ ਰਹੇ ਸੀ ਕਿ ਸਰ ਜੋ ਇੰਗਲਿਸ਼ ਦਾ ਚੈਪਟਰ ਨੇ ਉਹ ਸਾਡੀ ਕੰਪਲੀਟ ਨਹੀਂ ਹੋਏ ਅਤੇ ਇੰਗਲਿਸ਼ ਦੀ ਕਲਾਸ ਸਟਾਰਟ ਕੀਤੀ ਜਾਵੇ। ਸੋ ਇੰਗਲਿਸ਼ ਦੀ ਆਪਣੀ ਫਸਟ ਕਲਾਸ ਹੈ। ਇਸ ਦੇ ਵਿੱਚ ਆਪਾਂ ਆਰਟੀਕਲ ਬਾਰੇ ਪੜ੍ਹਾਂਗੇ। ਜਿਵੇਂ ਆਰਟੀਕਲ ਦੇ ਵਿੱਚ ਕੀ ਯੂਜ਼ ਹੁੰਦਾ ਹੈ, ਠੀਕ ਹੈ, ਉਹ ਤੁਹਾਨੂੰ ਬੇਸਿਕ ਤੁਹਾਨੂੰ ਪਤਾ ਹੀ ਹੋਣਾ। AN ਦਾ ਯੂਜ਼ ਹੁੰਦਾ ਹੈ ਅਤੇ ਕਿਸ ਟਾਈਪ ਦੇ ਜੋ ਪੇਪਰ ਦੇ ਵਿੱਚ ਕੁਐਸਚਨ ਬਣਦੇ ਨੇ ਐਰਰ ਦੇ ਲੈ ਕੇ, ਠੀਕ ਹੈ, ਜੋ ਫਿਰ ਖਾਲਿਸਤਾਨ ਨੂੰ ਲੈ ਕੇ, ਠੀਕ ਹੈ। ਉਹ ਆਪਾਂ ਪਹਿਲਾਂ ਇਸ ਦਾ ਪੂਰਾ ਜੋ ਡਿਟੇਲ ਹੈ ਵੇਖਾਂਗੇ। ਸੋ ਉਸ ਤੋਂ ਬਾਅਦ ਇਸ ਦੇ ਆਪਾਂ ਜੋ ਐਕਸਰਸਾਈਜ਼ ਹੁੰਦੀ ਹੈ ਉਹ ਵੀ ਵੇਖ ਲਾਂਗੇ, ਠੀਕ ਹੈ। ਤਾਂ ਵੀਡੀਓ ਧਿਆਨ ਨਾਲ ਵੇਖਿਓ, ਬਿਲਕੁਲ ਬੇਸਿਕ ਤਰੀਕੇ ਨਾਲ ਸਮਝਾਇਆ ਜਾਏਗਾ ਤਾਂ ਬਸ ਸਮਝਦੇ ਜਾਇਓ ਕਿੱਥੇ ਏ ਯੂਜ਼ ਹੁੰਦਾ, ਕਿੱਥੇ ਐਨ ਹੁੰਦਾ ਅਤੇ ਕਿੱਥੇ ਦਾ, ਠੀਕ ਹੈ। ਤਾਂ ਇਹ ਆਪਣੀ ਫਸਟ ਕਲਾਸ ਹੈ ਅਤੇ ਤੁਹਾਨੂੰ PDF ਮਿਲ ਜਾਏਗੀ ਸਾਰੀ ਡਿਟੇਲ ਦੇ ਵਿੱਚ ਇਸ ਦੀ। ਸੋ ਟੈਲੀਗ੍ਰਾਮ ਚੈਨਲ ਦਾ ਲਿੰਕ ਜਿਹੜੀ ਉਹ ਡਿਸਕ੍ਰਿਪਸ਼ਨ ਦਿੱਤਾ ਹੋਇਆ ਹੈ। ਅਤੇ ਅੱਜ ਦੀ ਕਲਾਸ ਨੂੰ ਸਟਾਰਟ ਕਰਦੇ ਹਾਂ। ਦੇਖੋ ਆਰਟੀਕਲ ਬਾਰੇ ਪੜ੍ਹਦੇ ਹਾਂ ਆਪਾਂ। ਆਰਟੀਕਲ ਦੇ ਵਿੱਚ ਬੇਸਿਕ ਤੁਹਾਨੂੰ ਪਤਾ ਹੀ ਹੈ। ਸੋ ਇਸ ਦੇ ਵਿੱਚ AN ਦਾ ਯੂਜ਼ ਹੁੰਦਾ ਹੈ। ਪਰ ਜਿਹੜਾ ਆਪਾਂ ਜੇਕਰ ਦੇਖੀਏ ਆਰਟੀਕਲ ਨੂੰ ਤਾਂ ਦੋ ਪਾਰਟਸ ਦੇ ਵਿੱਚ ਬਣ ਸਕਦੇ ਹਾਂ। ਇੱਕ ਪਾਰਟ ਹੈ ਡੈਫੀਨਿਟ ਆਰਟੀਕਲਸ ਅਤੇ ਦੂਸਰਾ ਪਾਰਟ ਹੈ ਇਨਡੈਫੀਨਿਟ। ਡੈਫੀਨਿਟ ਦੇ ਵਿੱਚ ਆਉਂਦਾ ਹੈ ਦਾ ਅਤੇ ਇਨਡੈਫੀਨਿਟ ਦੇ ਵਿੱਚ ਆਉਂਦਾ ਹੈ A ਅਤੇ N। ਅਤੇ ਅੱਗੇ ਵਧਣ ਤੋਂ ਪਹਿਲਾਂ ਸੋ ਆਪਾਂ ਸਮਝ ਲੈਂਦੇ ਹਾਂ ਡੈਫੀਨਿਟ ਆਰਟੀਕਲ ਬਾਰੇ ਅਤੇ ਇਨਡੈਫੀਨਿਟ ਆਰਟੀਕਲ ਬਾਰੇ। ਇਹ ਤਾਂ ਆਪਾਂ ਨੂੰ ਪਤਾ ਲੱਗ ਗਿਆ ਕਿ ਡੈਫੀਨਿਟ ਦੇ ਵਿੱਚ ਦਾ ਯੂਜ਼ ਹੁੰਦਾ ਹੈ ਅਤੇ ਇਨਡੈਫੀਨਿਟ ਦੇ ਵਿੱਚ A ਅਤੇ N ਯੂਜ਼ ਹੁੰਦਾ ਹੈ। ਦੇਖੋ ਤੁਹਾਨੂੰ ਨੀਚੇ ਸਮਝ ਲੱਗੇਗਾ ਸਾਰਾ ਜੋ ਮੈਂ ਪੰਜਾਬੀ ਦੇ ਵਿੱਚ ਲਿਖਿਆ, ਨਾਲ ਐਗਜ਼ਾਮਪਲ ਵੀ ਲਿਖੀਆਂ ਨੇ ਨਾਲ ਥੋੜ੍ਹੀ ਸਮਝੇ ਤੌਰ 'ਤੇ। ਵੇਖੋ ਆਪਾਂ ਪੜ੍ਹਦੇ ਹਾਂ ਜੋ ਡੈਫੀਨਿਟ ਆਰਟੀਕਲ ਨੇ। ਸੋ ਡੈਫੀਨਿਟ ਆਰਟੀਕਲ ਕੀ ਹੁੰਦੇ ਨੇ? ਜਿਸ ਦੀ ਪਹਿਚਾਣ ਨਿਸ਼ਚਿਤ ਹੋਵੇ ਅਤੇ ਜਿਸ ਦੇ ਬਾਰੇ ਸਾਨੂੰ ਪੂਰਾ ਪਤਾ ਹੁੰਦਾ ਹੈ, ਠੀਕ ਹੈ। ਜੇਕਰ ਆਪਾਂ ਕੋਈ ਵੀ ਜਗ੍ਹਾ ਦਾ ਨਾਂ ਲੈ ਲੈਂਦੇ ਹਾਂ, ਕੋਈ ਵਸਤੂ ਦਾ ਨਾਂ ਲੈ ਲੈਂਦੇ ਹਾਂ, ਸਾਨੂੰ ਉਸ ਦੀ ਡਿਟੇਲ ਪੂਰੀ ਪਤਾ ਹੈ, ਸਾਨੂੰ ਜਾਣਕਾਰੀ ਉਸ ਦੇ ਬਾਰੇ ਪੂਰੀ ਪਤਾ ਹੈ, ਉਹ ਹੁੰਦੇ ਨੇ ਡੈਫੀਨਿਟ ਆਰਟੀਕਲਸ ਦੇ ਬਾਰੇ। ਜਿਸ ਦੇ ਵਿੱਚ ਦਾ ਯੂਜ਼ ਹੁੰਦਾ ਹੈ, ਤੁਹਾਨੂੰ ਪਹਿਲਾਂ ਹੀ ਦੱਸਦਾ ਮੈਂ। ਅਤੇ ਐਗਜ਼ਾਮਪਲ ਵੀ ਦੇਖੋ, ਦਿਸ ਇਜ਼ ਦਾ ਹਾਊਸ ਆਫ ਮਾਈ ਫਰੈਂਡ। ਇਹ ਮੇਰੇ ਫਰੈਂਡ ਦਾ ਘਰ ਹੈ। ਸੋ ਆਪਾਂ ਨੂੰ ਪੂਰੀ ਡਿਟੇਲ ਪਤਾ ਵੀ ਇਹ ਮੇਰੇ ਦੋਸਤ ਦਾ ਘਰ ਹੈ, ਠੀਕ ਹੈ। ਆਪਾਂ ਨੂੰ ਪੂਰੀ ਡਿਟੇਲ ਇਸ ਦੇ ਵਿੱਚ ਪਤਾ ਲੱਗ ਗਈ ਵੀ ਜਿਸ ਦੀ ਪਹਿਚਾਣ ਨਿਸ਼ਚਿਤ ਹੋਵੇ ਅਤੇ ਜਿਸ ਦੇ ਬਾਰੇ ਸਾਨੂੰ ਪੂਰਾ ਪਤਾ ਹੁੰਦਾ ਹੈ, ਉਹ ਹੁੰਦਾ ਡੈਫੀਨਿਟ ਆਰਟੀਕਲ ਬਾਰੇ। ਡੈਫੀਨਿਟ ਆਰਟੀਕਲ ਦੇ ਵਿੱਚ ਦਾ ਯੂਜ਼ ਹੁੰਦਾ ਹੈ, ਸੋ ਇਹ ਯਾਦ ਰੱਖਣਾ ਹੈ। ਅਤੇ ਨੈਕਸਟ ਹੈਗਾ ਜੀ ਦੇਖੋ ਇਨਡੈਫੀਨਿਟ। ਇਨਡੈਫੀਨਿਟ ਦੇ ਵਿੱਚ ਯੂਜ਼ ਹੁੰਦਾ ਸੀ A ਅਤੇ N। ਉੱਪਰ ਦੇਖ ਲਿਆ ਆਪਾਂ ਨੇ। ਅਤੇ ਇਸ ਦੇ ਵਿੱਚ ਕੀ ਹੁੰਦਾ ਹੈ? ਜਿਸ ਦੇ ਬਾਰੇ ਸਾਨੂੰ ਜ਼ਿਆਦਾ ਕੁਝ ਪਤਾ ਨਹੀਂ ਹੁੰਦਾ ਅਤੇ ਉਸ ਦੀ ਪੂਰੀ ਪਹਿਚਾਣ ਜਾਂ ਡਿਟੇਲ ਸਾਡੇ ਕੋਲ ਨਹੀਂ ਹੁੰਦੀ। ਦੇਖੋ ਹੁਣ ਐਗਜ਼ਾਮਪਲ ਦੇਖੋ, ਦਿਸ ਇਜ਼ ਐਨ ਐਪਲ। ਇਹ ਤਾਂ ਆਪਾਂ ਦੇਖੋਗਾ ਇਸ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਐਪਲ ਹੈ, ਪਰ ਇਹ ਐਪਲ ਕਿਹੜਾ ਇਹ ਆਪਾਂ ਨੂੰ ਪਤਾ ਨਹੀਂ ਲੱਗਿਆ ਹੈਗਾ। ਸੋ ਕਿਸ ਟਾਈਪ ਦਾ ਹੈ, ਠੀਕ ਹੈ, ਇਹ ਆਪਾਂ ਨੂੰ ਪਤਾ ਨਹੀਂ ਹੈ। ਬਸ ਇੰਨਾ ਪਤਾ ਵੀ ਇਹ ਐਪਲ ਹੈ, ਸੋ ਟਾਈਪ ਦਾ ਆਪਾਂ ਨੂੰ ਪਤਾ ਨਹੀਂ ਹੈ। ਸੋ ਪੂਰੀ ਜਾਣਕਾਰੀ ਇਸ ਦੇ ਵਿੱਚ ਆਪਾਂ ਨੂੰ ਨਹੀਂ ਦਿੱਤੀ ਗਈ, ਤਾਂ ਇਹ ਆਉਂਦਾ ਇਨਡੈਫੀਨਿਟ ਦੇ ਵਿੱਚ, ਠੀਕ ਹੈ। ਸਮਝ ਲੱਗ ਗਿਆ ਹੋਵੇਗਾ। ਸੋ ਡੈਫੀਨਿਟ ਅਤੇ ਇਨਡੈਫੀਨਿਟ ਦੇ ਵਿੱਚ ਇਨਡੈਫੀਨਿਟ ਹੁੰਦਾ ਦਾ ਦੀ ਯੂਜ਼ ਕਰਦੇ ਆਪਾਂ ਜਿਸ ਦੀ ਸਾਨੂੰ ਪੂਰਾ ਡਿਟੇਲ ਪਤਾ ਹੁੰਦੀ ਹੈ। ਇਨਡੈਫੀਨਿਟ ਦੇ ਵਿੱਚ A ਅਤੇ N ਯੂਜ਼ ਹੁੰਦਾ ਹੈ ਜਿਸ ਦੇ ਬਾਰੇ ਸਾਨੂੰ ਜ਼ਿਆਦਾ ਪਤਾ ਨਹੀਂ ਹੁੰਦਾ, ਬਸ ਚੀਜ਼ ਦਿੱਤੀ ਹੁੰਦੀ ਹੈ, ਵਸਤੂ ਜਾਂ ਕੋਈ ਜਗ੍ਹਾ ਦਾ ਸਥਾਨ। ਸੋ ਇੱਕ ਵਾਰੀ ਸਾਨੂੰ ਪਤਾ ਲੱਗ ਜੇ ਪਰ ਉਹ ਸਾਨੂੰ ਕਰੈਕਟ ਜੋ ਪੂਰੀ ਜਾਣਕਾਰੀ ਨਹੀਂ ਪਤਾ ਹੁੰਦੀ, ਉਹ ਹੁੰਦੀ ਹੈ ਇਨਡੈਫੀਨਿਟ। ਅਤੇ ਹੋਰ ਵੀ ਵੇਖਾਂਗੇ ਆਪਾਂ। ਸੋ ਐਕਸਟਰਾ ਜਾਣੀ ਇਹ ਤਾਂ ਬਿਲਕੁਲ ਬੇਸਿਕ ਤਰੀਕੇ ਤੋਂ ਮੈਂ ਸਟਾਰਟ ਕੀਤਾ। ਹਾਲੇ ਅੱਗੇ ਵੇਖਿਓ ਜਿਹੜੇ ਐਗਜ਼ਾਮ ਦੇ ਵਿੱਚ ਕੁਐਸਚਨ ਬਣਦੇ ਨੇ ਉਸ ਟਾਈਪ ਵੀ ਵੇਖਾਂਗੇ ਆਪਾਂ। ਅਤੇ ਵਧਦੇ ਹਾਂ ਨੈਕਸਟ ਆਪਾਂ। ਦੇਖੋ ਵੇਖੋ ਗਾਈਜ਼, ਸੋ ਯੂਜ਼ ਆਫ A ਔਰ N। A ਔਰ N ਦਾ ਆਪਾਂ ਯੂਜ਼ ਕਿੱਥੇ ਕਿੱਥੇ ਕਰਦੇ ਹਾਂ? ਸਿੰਗੂਲਰ ਕਾਊਂਟੇਬਲ ਨਾਊਨ ਤੋਂ ਪਹਿਲਾਂ ਇਹਨਾਂ ਦਾ ਪ੍ਰਯੋਗ ਕਰਦੇ ਹਾਂ। ਸੋ A ਅਤੇ ਜੋ N ਨੇ, ਸੋ ਇਹਨਾਂ ਦਾ ਪ੍ਰਯੋਗ ਆਪਾਂ ਸਿੰਗੂਲਰ ਕਾਊਂਟੇਬਲ ਨਾਊਨ ਤੋਂ ਪਹਿਲਾਂ ਕਰਦੇ ਹਾਂ। ਐਗਜ਼ਾਮਪਲ ਵੇਖੋ, ਰਾਮ ਇਜ਼ ਏ ਬॉय। ਬॉय ਇੱਕ ਹੈ, A ਲਗਾਤਾ। ਦਿਸ ਇਜ਼ ਐਨ ਐਪਲ, ਠੀਕ ਹੈ। ਸੋ A ਅਤੇ N ਦਾ ਯੂਜ਼ ਆਪਾਂ ਕਿੱਥੇ ਕਰਦੇ ਹਾਂ? ਜਾਂ ਯਾਦ ਰੱਖਣਾ ਸਿੰਗੂਲਰ ਕਾਊਂਟੇਬਲ ਨਾਊਨ ਤੋਂ ਪਹਿਲਾਂ। ਵੇਖੋ ਇੱਕ ਐਰ ਆਈ ਸੀ ਪੇਪਰ ਦੇ ਵਿੱਚ, ਤਾਂ ਦੇਖੋ ਇਹ ਤੁਹਾਨੂੰ ਮੈਂ ਦੇਤੀ। ਦੇਖੋ ਹੱਲ ਕਰਨਾ ਇਸਦਾ। ਇਟ ਬੀਇੰਗ ਰੇਨੀ ਡੇ ਮੋਸਟ ਆਫ ਦਾ ਪੀਪਲ ਆਊਟ ਔਨ ਦਾ ਸਟਰੀਟ ਵਰ ਕੈਰਿੰਗ ਅੰਬਰੇਲਾਸ ਜਾਂ ਫਿਰ ਨੋ ਐਰਰ। ਤਾਂ ਇਹ ਪਾਰਟ ਦੇ ਵਿੱਚ ਆਪਾਂ ਐਰਰ ਦੱਸਣੀ ਹੈ ਵੀ ਐਰਰ ਗਲਤੀ ਕਿੱਥੇ ਹੈ। ਤਾਂ ਦੇਖੋ ਜੋ ਡੇ ਹੈ ਇਹ ਸਿੰਗੂਲਰ ਕਾਊਂਟੇਬਲ ਨਾਊਨ ਹੈ, ਠੀਕ ਹੈ। ਉਸ ਤੋਂ ਮੂਹਰੇ ਸ਼ਬਦ ਆ ਰਿਹਾ ਰੇਨੀ। ਰੇਨੀ ਕੀ ਹੈ? ਰੇਨੀ ਐਡਜੈਕਟਿਵ ਆ ਗਿਆ। ਤਾਂ ਹੁਣ ਇਹਨਾਂ ਦੇ ਵਿੱਚ ਜੋ A ਜਾਂ N ਦੇ ਵਿੱਚੋਂ ਕੀ ਲੱਗੇਗਾ? ਸੋ ਇਸ ਦੇ ਵਿੱਚ ਲੱਗੇਗਾ A। ਤਾਂ A ਕਿੱਥੇ ਲੱਗੇਗਾ ਇਸ? A ਲੱਗੇਗਾ ਰੇਨੀ ਤੋਂ ਪਹਿਲਾਂ, ਸੋ ਐਡਜੈਕਟਿਵ ਤੋਂ ਪਹਿਲਾਂ, ਠੀਕ ਹੈ। ਸੋ ਇੱਥੇ ਗਲਤੀ ਹੈ ਫਸਟ ਪਾਰਟ ਦੇ ਵਿੱਚ, ਜੋ A ਲੱਗੇਗਾ ਆਪਣਾ। ਸੋ A ਰੇਨੀ ਡੇ ਇੱਥੇ ਲੱਗੇਗਾ A।
ਇਟ ਬੀਂਗ ਏ ਰੇਨੀ ਡੇ ਮੋਸਟ ਆਫ ਦਾ ਪੀਪਲ ਆਊਟ ਔਨ ਦਾ ਸਟਰੀਟ ਵਰ ਕੈਰਿੰਗ ਅੰਬਰੇਲਾ। ਸੋ ਇਸ ਦੇ ਵਿੱਚ ਦੱਸਿਆ ਗਿਆ ਵੀ ਜੋ ਬਾਰਿਸ਼ ਦਾ ਦਿਨ ਹੈ, ਸੋ ਇਸ ਕਰਕੇ ਇਹ ਲੱਗੇਗਾ ਸੋ ਰੇਨੀ ਤੋਂ ਪਹਿਲਾਂ। ਠੀਕ ਹੈ ਗਾਈਜ਼, ਅੱਗੇ ਆਪਾਂ ਹੋਰ ਐਗਜ਼ਾਮਪਲਾਂ ਵੇਖਾਂਗੇ, ਉਸ ਨਾਲ ਪੂਰੇ ਸਮਝ ਲੱਗ ਜਾਏਗਾ ਵੀ ਜੋ ਏ ਆ ਤੇ ਐਨ ਹੈ ਉਹ ਕਿੱਥੇ ਕਿੱਥੇ ਲੱਗਦਾ ਹੈ। ਵੇਖਦੇ ਹਾਂ ਨੈਕਸਟ ਵੇਖੋ ਗਾਈਜ਼, ਕੁਝ ਐਕਸਪ੍ਰੈਸ਼ਨ ਐਸੇ ਹੁੰਦੇ ਨੇ ਇੰਗਲਿਸ਼ ਦੇ ਗ੍ਰਾਮਰ ਦੇ ਵਿੱਚ ਜਿਨ੍ਹਾਂ ਦੇ ਨਾਲ ਆਰਟੀਕਲ ਦੇ ਵਿੱਚ ਹਮੇਸ਼ਾ ਏ ਲੱਗਦਾ ਹੈ। ਅਤੇ ਇਹ ਤੁਸੀਂ ਚਾਹੇ ਸਕਰੀਨਸ਼ਾਟ ਲੈ ਲਓ ਇਹਨਾਂ ਦਾ, ਚਾਹੇ ਆਪਣੀ ਕਾਪੀ ਦੇ ਉੱਪਰ ਨੋਟਬੁੱਕ ਦੇ ਉੱਪਰ ਨੋਟ ਕਰ ਲਓ। ਠੀਕ ਹੈ, ਜਿਨ੍ਹਾਂ ਦੇ ਨਾਲ ਹਮੇਸ਼ਾ ਏ ਰਹਿੰਦਾ ਹੈ ਉਹ ਵੇਖਾਂਗੇ ਆਪਾਂ ਸਪੈਸ਼ਲ ਐਕਸਪ੍ਰੈਸ਼ਨਸ। ਜੇ ਕਿਹੜੇ ਕਿਹੜੇ ਇਹ ਏ ਗੁੱਡ ਮੈਨੀ ਆਫ, ਏ ਲੋਟ ਆਫ, ਏ ਲਾਰਜ ਕੁਆਂਟਿਟੀ ਆਫ, ਏ ਲਾਰਜ ਅਮਾਊਂਟ, ਏ ਗ੍ਰੇਟ ਡੀਲ ਆਫ, ਏ ਨੰਬਰ ਆਫ, ਏ ਗ੍ਰੇਟ ਨੰਬਰ ਆਫ। ਠੀਕ ਹੈ, ਸੋ ਇਹਨਾਂ ਦਾ ਸਾਰਿਆਂ ਨਾਲ ਆਫ ਰਹਿੰਦਾ ਹੈ, ਤਾਂ ਹੀ ਯਾਦ ਰੱਖਣਾ ਹੈ। ਸੋ ਇਹਨਾਂ ਨਾਲ ਏ ਜ਼ਰੂਰ ਯੂਜ਼ ਹੁੰਦਾ ਹੈ। ਅਤੇ ਜਿਵੇਂ ਆਪਾਂ ਕਹਿ ਦਿੰਦੇ ਹਾਂ ਲੋਟ ਆਫ, ਸੋ ਇਹਨਾਂ ਨਾਲ ਜੇ ਏ ਨਹੀਂ ਹੈ ਤਾਂ ਗਲਤ ਹੋ ਜਾਏਗਾ, ਸੋ ਇਹਨਾਂ ਨਾਲ ਏ ਯੂਜ਼ ਹੁੰਦਾ ਹੈ। ਠੀਕ ਹੈ, ਸੋ ਇਸ ਦੇ ਲਈ ਲਿਖਿਆ ਗਿਆ, ਮੈਂ ਸਾਰੇ ਲਿਖੇ ਨੇ ਇਹ, ਤਾਂ ਯਾਦ ਰੱਖਣਾ ਹੈ ਵੀ ਇਹਨਾਂ ਨਾਲ ਜੇਕਰ ਇੱਕ ਵਾਰ ਘਟ ਗਿਆ ਤਾਂ ਉਹ ਗਲਤ ਹੋ ਜਾਏਗਾ ਸੈਂਟੈਂਸ, ਉੱਥੇ ਹੀ ਐਰਰ ਦੱਸਣੀ ਹੁੰਦੀ ਆਪਾਂ ਨੇ। ਤਾਂ ਬੇਸਿਕਲੀ ਸੋ ਸਾਰਾ ਦਿੱਤਾ ਹੁੰਦਾ ਹੈ, ਸੋ ਸੈਂਟੈਂਸ ਦੇ ਵਿੱਚ ਸਾਰਾ ਦਿੱਤਾ ਹੋਏਗਾ ਇਹਨਾਂ ਦੇ ਵਿੱਚੋਂ, ਜੇਕਰ ਇੱਕ ਵੀ ਘੱਟ ਹੈ ਤਾਂ ਆਪਣਾ ਉੱਥੇ ਐਰਰ ਹੋ ਜਾਂਦੀ ਹੈ। ਜਿਵੇਂ ਇਸ ਦੇ ਵਿੱਚੋਂ ਦਿੱਤਾ ਹੋਏਗਾ ਗੁੱਡ ਮੈਨੀ ਆਫ, ਜੇਕਰ ਏ ਨਹੀਂ ਹੈ ਤਾਂ ਉੱਥੇ ਐਰਰ ਹੋ ਜਾਏਗੀ, ਤਾਂ ਆਪਾਂ ਏ ਲਗਾਵਾਂਗੇ ਉੱਥੇ। ਠੀਕ ਹੈ, ਇਸ ਕਰਕੇ ਐਕਸਪ੍ਰੈਸ਼ਨ ਲਿਖੇ ਨੇ ਵੀ ਜਿਹਨਾਂ ਨਾਲ ਹਮੇਸ਼ਾ ਏ ਰਹਿੰਦਾ ਹੈ, ਤਾਂ ਇਹਦਾ ਤੁਸੀਂ ਪੂਰੇ ਯਾਦ ਰੱਖਣੇ ਨੇ। ਸੋ ਇਹੀ ਪੇਪਰ ਦੇ ਵਿੱਚ ਜ਼ਿਆਦਾ ਪੁੱਛੇ ਜਾਂਦੇ ਨੇ। ਠੀਕ ਹੈ, ਅਤੇ ਨੈਕਸਟ ਵੀ ਵੇਖਾਂਗੇ ਆਪਾਂ ਹੋਰ ਐਕਸਪ੍ਰੈਸ਼ਨ ਦੇਖੋ ਗਾਈਜ਼, ਜਿਹੜੇ ਕਿ ਆਪਾਂ ਆਪਣੀ ਆਨਲਾਈਨ ਲਾਈਫ ਦੇ ਵਿੱਚ ਯੂਜ਼ ਕਰਦੇ ਹਾਂ ਸ਼ਬਦ ਵਰਡ। ਠੀਕ ਹੈ, ਦੇਖੋ ਕਿਹੜੇ ਕਿਹੜੇ ਨੇ। ਇਨ ਏ ਡਾਇਲਮਾ, ਇਨ ਏ ਲਾਰਜ, ਹੈਵ ਏ ਚੈਟ, ਹੈਵ ਏ ਸਲੀਪ, ਟੇਕ ਏ ਰੈਸਟ, ਹੈਵ ਏ ਗੁੱਡ ਐਜੂਕੇਸ਼ਨਸ, ਹੈਵ ਏ ਬੈਡ ਐਜੂਕੇਸ਼ਨ, ਟੇਕ ਏ ਮੀਲ, ਮੇਕ ਏ ਨੋਇਜ਼, ਹੈਵ ਏ ਡਰਿੰਕ, ਹੈਵ ਏ ਰੈਸਟ, ਹੈਵ ਏ ਡਰੀਮ, ਗੋ ਫॉर ਏ ਵਾਕ, ਹੈਵ ਏ ਫਾਈਟ, ਇਨ ਏ ਹਰੀ, ਐਟ ਏ ਲॉस, ਇਨ ਏ ਟੈਂਪਰ। ਸੋ ਇਹਨਾਂ ਦੇ ਨਾਲ ਹਮੇਸ਼ਾ ਵੀ ਜਿਹੜੇ 3 ਸ਼ਬਦ ਦਿੱਤੇ ਹੋਏ ਨੇ, ਸੋ ਜਿਨ੍ਹਾਂ ਦੇ ਇਹਨਾਂ ਵਿੱਚੋਂ ਇੱਕ ਵੀ ਗਲਤ ਹੋ ਗਿਆ ਤਾਂ ਉਹ ਗਲਤ ਹੋ ਜਾਏਗਾ। ਠੀਕ ਹੈ, ਉਹ ਐਰਰ ਹੋ ਜਾਏਗੀ। ਕਈ ਵਾਰ ਖਾਲਿਸਤਾਨ ਦੇ ਵਿੱਚ ਦਿੱਤਾ ਹੁੰਦਾ ਹੈ, ਕਈ ਵਾਰ ਐਰਰ ਦੇ ਵਿੱਚ ਤੌਰ 'ਤੇ ਦਿੱਤਾ ਹੁੰਦਾ ਹੈ। ਜੇਕਰ ਆਪਾਂ ਕਹਿ ਦਿੰਦੇ ਹਾਂ, ਹੁਣ ਆਪਾਂ ਆਮ ਹੀ ਲਾਈਫ ਦੇ ਵਿੱਚ ਸ਼ਬਦ ਯੂਜ਼ ਕਰਦੇ ਹਾਂ ਇਨ ਹਰੀ। ਠੀਕ ਹੈ, ਆਪਾਂ ਆਮ ਹੀ ਬੋਲਚਾਲ ਦੇ ਵਿੱਚ ਕਹਿ ਦਿੰਦੇ ਇਨ ਹਰੀ, ਪਰ ਜੇਕਰ ਉਹਦੇ ਏ ਨਹੀਂ ਆਏਗਾ ਤਾਂ ਉੱਥੇ ਗਲਤ ਹੋ ਜਾਏਗੀ। ਸੋ ਇਹ ਇੰਗਲਿਸ਼ ਦੇ ਜੋ ਆਪਣੇ ਖਾਲਿਸਤਾਨ ਹੁੰਦੇ ਨੇ ਇਹਨਾਂ ਵਿੱਚ ਹੀ ਬਣ ਕੇ ਆਉਂਦੇ ਨੇ, ਤਾਂ ਇਹ ਤੁਸੀਂ ਪੂਰੇ ਲਿਖ ਲਓ, ਕਾਪੀ ਦੇ ਉੱਪਰ ਨੋਟ ਕਰ ਲਓ। ਠੀਕ ਹੈ, ਇਹੀ ਆਪਣੇ ਬਸ ਐਕਸਰਸਾਈਜ਼ਾਂ ਦੇ ਵਿੱਚ ਇੱਥੋਂ ਹੀ ਪੁੱਛੇ ਜਾਂਦੇ ਨੇ, ਇਹੀ ਹੱਲ ਹੁੰਦਾ ਇਸ ਦਾ। ਠੀਕ ਹੈ, ਸੋ ਏ ਤੇ ਐਨ ਦਾ। ਅਤੇ ਨੈਕਸਟ ਵੀ ਵੇਖਾਂਗੇ ਆਪਾਂ ਸੋ ਕੁਝ ਐਗਜ਼ਾਮਪਲਸ। ਠੀਕ ਹੈ, ਉਸ ਐਗਜ਼ਾਮਪਲ ਤੁਹਾਨੂੰ ਪੂਰਾ ਸਮਝ ਲੱਗ ਜਾਏਗਾ। ਬਾਕੀ ਤੁਹਾਨੂੰ ਮੈਂ ਖਾਲਿਸਤਾਨ ਦੇ ਪਹਿਲਾਂ ਸਮਝਾ ਰਿਹਾ ਵੀ ਖਾਲਿਸਤਾਨ ਇਹਨਾਂ ਦੇ ਵਿੱਚ ਹੀ ਬਣਨਗੇ। ਵੇਖੋ ਗਾਈਸ, ਜਿਹੜਾ ਨੈਕਸਟ ਪਾਰਟ ਹੈ ਇਹ, ਸੋ ਸਾਰਾ ਤੁਹਾਨੂੰ ਏ ਤੇ ਐਨ ਦਾ ਸ਼ਬਦ ਦੇ ਵਿੱਚ ਸਭ ਤੋਂ ਜ਼ਿਆਦਾ ਸਮਝ ਲੱਗੇਗਾ ਇਸ ਪਾਰਟ ਦੇ ਵਿੱਚ ਲੱਗੇਗਾ। ਦੇਖੋ ਕਦੋਂ ਯੂਜ਼ ਕਰਦੇ ਹਾਂ ਅਸੀਂ ਏ ਦਾ ਅਤੇ ਕਦੋਂ ਐਨ ਦਾ। ਏ ਦਾ ਪੜ੍ਹਦੇ ਹਾਂ, ਦੇਖੋ ਪਹਿਲਾਂ ਆਪਾਂ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ, ਜਦੋਂ ਤੁਹਾਡਾ ਉਚਾਰਨ ਕੌਨਸਟੈਂਟ ਹੋਵੇ, ਜਾਣੀ ਕਿ ਵਿਅੰਜਨ ਤੋਂ ਸ਼ੁਰੂ ਹੋਵੇ। ਅਤੇ ਮੈਂ ਕੁਝ ਸ਼ਬਦ ਲਿਖੇ ਨਾਲ, ਜਿਵੇਂ ਏ ਬਾਕਸ, ਏ ਕਾਰ, ਏ ਪੈਨ। ਕੌਨਸਟੈਂਟ ਹੁੰਦਾ ਵਿਅੰਜਨ, ਜੋ ਤੁਹਾਡਾ ਜੋ ਆਪਾਂ ਕੋਈ ਵੀ ਆਪਾਂ ਉਚਾਰਨ ਕਰਦੇ ਹਾਂ, ਸੋ ਉਸ ਦਾ ਜੋ ਕੌਨਸਟੈਂਟ ਜਾਣੀ ਕਿ ਵਿਅੰਜਨ ਤੋਂ ਸ਼ੁਰੂ ਹੋਵੇ ਕੋਈ ਵੀ ਸੈਂਟੈਂਸ। ਬਾਕਸ ਕਿਸੇ ਗੱਲ ਕਹਿ ਦਿੰਦੇ ਹਾਂ, ਏ ਕਾਰ, ਏ ਪੈਨ। ਅਤੇ ਨੈਕਸਟ ਦੇਖੋ ਐਨ। ਐਨ ਕਦੋਂ ਯੂਜ਼ ਹੁੰਦਾ ਹੈ, ਜਦੋਂ ਤੁਹਾਡਾ ਉਚਾਰਨ ਵੋਵਲ ਤੋਂ ਸ਼ੁਰੂ ਹੋਵੇ, ਜਾਣੀ ਕਿ ਸਵਰ ਤੋਂ ਸ਼ੁਰੂ ਹੋਵੇ। ਕਿੰਨੇ ਐਗਜ਼ਾਮਪਲ ਦਿੱਤੇ ਨੇ, ਐਨ ਐਪਲ, ਐਨ ਔਰੇਂਜ। ਠੀਕ ਹੈ, ਸੋ ਇਹਨਾਂ ਦੇ ਮੂਲੇ ਵਰਡ ਦੇਖਣੇ ਹੁੰਦੇ ਨੇ। ਵੋਵਲ ਦੇਖੋ, ਸੋ ਇਹਨਾਂ ਦੇ ਵਿੱਚੋਂ ਆ ਰਹੀ ਹੈ ਐਪਲ, ਜਾਣੀ ਕਿ ਐਪਲ ਜੇ ਪੰਜਾਬੀ ਦੇ ਵਿੱਚ ਲਿਖਾਂਗੇ ਆਪਾਂ, ਦੇਖੋ ਐਪਲ। ਸੋ ਇਹ ਹੈ ਜੋ ਵੋਵਲ ਤੌਰ 'ਤੇ ਆਵਾਜ਼ ਆ ਰਹੀ ਹੈ ਨਾ, ਸੋ ਉੱਥੇ ਆਪਾਂ ਐਨ ਯੂਜ਼ ਕਰਦੇ ਹਾਂ। ਇਹ ਬਿਲਕੁਲ ਬੇਸਿਕ ਫੰਡਾ ਹੁੰਦਾ ਹੈ ਸਮਝਣ ਦਾ, ਸੋ ਜੋ ਕਿ ਆਰਟੀਕਲ ਨੇ। ਠੀਕ ਹੈ, ਅਤੇ ਨਾਲ ਦੇਖੋ ਔਰੇਂਜ। ਔਰੇਂਜ ਦੇ ਵਿੱਚ ਕੀ ਲਿਖਿਆ ਹੋਇਆ ਦੇਖੋ, ਉਹਦੇ ਵਿੱਚ ਵੀ ਔਰੇਂਜ। ਔਰੇਂਜ ਚਾਹੇ ਊੜ ਨਾਲ ਲਿਖ ਲਓ, ਚਾਹੇ ਅੜ ਨਾਲ ਲਿਖ ਲਓ, ਆਵਾਜ਼ ਤਾਂ ਸੋ ਵੋਵਲ ਦੀ ਆ ਰਹੀ ਹੈ, ਤਾਂ ਕੀ ਹੋਏਗਾ, ਐਨ ਯੂਜ਼ ਹੋਏਗਾ। ਪਰ ਇਹਨਾਂ ਦੇ ਵਿੱਚ ਦੇਖੋ ਬਾਕਸ, ਪਰ ਇਹਨਾਂ ਦੇ ਵਿੱਚ ਕੋਈ ਵੋਵਲ ਨਹੀਂ ਹੈ, ਇਹ ਨੇ ਵਿਅੰਜਨ, ਤਾਂ ਉਹਨਾਂ ਵਿੱਚ ਲੱਗੇਗਾ ਏ। ਠੀਕ ਹੈ, ਹੁਣ ਜੇ ਪੈਨ ਹੈ, ਸੋ ਕਈ ਕਹਿਣਗੇ ਵੀ ਪੈਨ, ਉੱਪਰ ਬਿੰਦੀ ਲਾ ਕੇ ਆਪਾਂ ਕਹਿ ਦਿੰਦੇ ਹਾਂ ਵੀ ਉਹ ਬਣ ਗਿਆ, ਵੋਵਲ ਬਣ ਗਿਆ, ਪਰ ਵੋਵਲ ਨਹੀਂ ਹੈ। ਦੇਖੋ ਜਿਹੜਾ ਮੂਹਰਲਾ ਵਰਡ ਹੁੰਦਾ, ਜਿਵੇਂ ਪੱਪਾ ਲਿਖਿਆ ਹੋਇਆ ਇਕੱਲਾ ਪੰਜਾਬੀ ਦੇ ਵਿੱਚ, ਸੋ ਉਹੀ ਆਪਣਾ ਵਿਅੰਜਨ ਹੈ। ਠੀਕ ਹੈ, ਸਮਝ ਲੱਗ ਗਿਆ ਹੋਵੇਗਾ। ਸੋ ਜਿਹੜਾ ਵਿਅੰਜਨ ਤੋਂ ਸ਼ੁਰੂ ਹੋਵੇ ਉੱਥੇ ਆਪਾਂ ਲਾਉਂਦੇ ਹਾਂ ਏ, ਲਗਾਉਂਦੇ ਹਾਂ। ਜਿੱਥੇ ਸਵਰ ਤੋਂ ਸ਼ੁਰੂ ਹੋਵੇ ਸੋ ਉਹਦੇ ਵਿੱਚ ਲਗਾਉਂਦੇ ਆਪਾਂ ਐਨ। ਅਤੇ ਇਸ ਨਾਲ ਆਪਾਂ ਕੁਝ ਐਗਜ਼ਾਮਪਲ ਦੇਖਦੇ ਹਾਂ। ਦੇਖੋ ਤੁਸੀਂ ਹੱਲ ਕਰਕੇ ਵੇਖਿਓ, ਤੁਹਾਨੂੰ ਪਤਾ ਲੱਗਦਾ ਕਿ ਨਹੀਂ। ਸੋ ਕਿਤੇ ਏ ਯੂਜ਼ ਹੁੰਦਾ ਅਤੇ ਕਿਤੇ ਐਨ ਯੂਜ਼ ਹੁੰਦਾ ਹੈ। ਵੇਖੋ ਗਾਈਜ਼, ਇਹ ਆਪਣੇ ਕੋਲ ਐਗਜ਼ਾਮਪਲਸ ਨੇ
ਸੋ ਐਗਜ਼ਾਮਪਲਸ ਨੂੰ ਦੇਖਦੇ ਹਾਂ ਆਪਾਂ। ਦੇਖੋ ਆਪਣੇ ਕੋਲ ਫਸਟ ਐਗਜ਼ਾਮਪਲ ਹੈ ਜੋ ਹੀ ਹੈਡ ਨੋ ਇਲੂਜ਼ਨ ਫॉर ਬੀइंग ਐਦਰ ਏ ਡਿਸਟਿੰਗੁਇਸ਼ਡ ਰਾਈਟਰ ਔਰ ਏ ਐਡੀਟਰ। ਤਾਂ ਦੱਸੋ ਇਸ ਦੇ ਵਿੱਚ ਜੋ ਆਪਣੀ ਐਰਰ ਹੈ ਉਹ ਕਿਸ ਦੇ ਵਿੱਚ ਹੈ। ਤਾਂ ਤੁਹਾਨੂੰ ਦਿਖ ਰਿਹਾ ਹੋਣਾ, ਦੇਖੋ ਆਪਾਂ ਨੇ ਏ ਤੇ ਐਨ ਦਾ ਯੂਜ਼ ਦੇਖਿਆ। ਸੋ ਇਸ ਦੇ ਵਿੱਚ ਏ ਤੇ ਐਨ ਕਿੱਥੇ ਯੂਜ਼ ਹੋ ਰਿਹਾ, ਲਾਸਟ ਪਾਰਟ ਦੇ ਵਿੱਚ ਦੇਖੋ ਏ ਆ ਰਿਹਾ ਨਾ ਇੱਥੇ, ਔਰ ਏ ਐਡੀਟਰ। ਔਰ ਏ ਐਡੀਟਰ ਦਾ ਮਤਲਬ ਕੀ ਹੋਏਗਾ ਇਸ ਐਡੀਟਰ। ਦੇਖੋ ਐਡੀਟਰ ਕਿਸ ਸ਼ਬਦ ਤੋਂ ਯੂਜ਼ ਆਪਣਾ ਬਣ ਰਿਹਾ ਹੈ, ਐਡੀਟਰ। ਦੇਖੋ ਆੜ ਆ ਗਿਆ, ਤਾਂ ਆੜੇ ਤੋਂ ਮੈਂ ਤੁਹਾਨੂੰ ਕੀ ਕਿਹਾ ਸੀ, ਸੋ ਆਵਾਜ਼ ਕਿਸ ਦੀ ਆ ਰਹੀ ਹੈ, ਵੋਵਲ ਦੀ। ਤਾਂ ਵੋਵਲ ਤੌਰ 'ਤੇ ਕਿਹੜਾ ਅੱਖਰ ਯੂਜ਼ ਹੋਏਗਾ, ਐਨ। ਦੇਖੋ ਉੱਪਰ ਦੇਖੋ ਵੋਵਲ ਦੀ ਜਦੋਂ ਅੱਖਰ ਦੀ ਆਵਾਜ਼ ਆਵੇ ਤਾਂ ਅੱਖਰ ਕਿਹੜਾ ਆਪਣਾ ਯੂਜ਼ ਹੁੰਦਾ ਐਨ। ਤਾਂ ਇੱਥੇ ਕੀ ਲੱਗਿਆ ਹੋਇਆ ਇਹ ਗਲਤ ਹੋ ਜਾਏਗਾ, ਇੱਥੇ ਲੱਗੇਗਾ ਐਨ। ਠੀਕ ਹੈ। ਸੋ ਇਹੀ ਆਪਾਂ ਨੂੰ ਪੇਪਰ ਦੇ ਵਿੱਚ ਆਉਂਦੇ ਨੇ। ਸੋ ਇਹ ਆਮ ਜੇ ਪੁਲਿਸ ਦੇ ਵਗੈਰਾ ਦੇ ਪੇਪਰ ਦੇ ਵਿੱਚ ਸਿਰਫ ਬੇਸਿਕ ਤਰੀਕੇ ਐਵੇਂ ਹੀ ਪੁੱਛੇ ਜਾਂਦੇ ਨੇ। ਤਾਂ ਇਹ ਆਪਣਾ ਸੋ ਜੋ ਗਲਤੀ ਫੜਨ ਦਾ ਤਰੀਕਾ ਹੁੰਦਾ ਇਹ ਸਭ ਤੋਂ ਬੈਸਟ ਤਰੀਕਾ ਹੈ। ਨੈਕਸਟ ਐਗਜ਼ਾਮਪਲ ਦੇਖੋ, ਰਾਮ ਇਜ਼ ਨਾਟ ਵੈਲਥੀ ਸੋ ਹੀ ਕੈਨ ਨਾਟ ਐਫੋਰਡ ਟੂ ਬਾਈ ਏ ਐਕਸਪੈਂਸਿਵ ਕਾਰ। ਤਾਂ ਇਸ ਦੇ ਵਿੱਚ ਦੱਸੋ ਜੋ ਐਰਰ ਹੈ ਉਹ ਕਿੱਥੇ ਹੈ। ਤਾਂ ਦੇਖੋ ਜੋ ਇਸ ਦੇ ਵਿੱਚੋਂ ਐਰਰ ਹੈ ਉਹ ਹੈ ਲਾਸਟ ਪਾਰਟ ਦੇ ਵਿੱਚ। ਇਸ ਦੇ ਵਿੱਚ ਕਿਵੇਂ ਹੈ ਲਾਸਟ ਪਾਰਟ ਦੇ ਵਿੱਚ, ਸੋ ਐਕਸਪੈਂਸਿਵ। ਦੇਖੋ ਐਕਸਪੈਂਸਿਵ ਹੈ, ਜੋ ਐਕਸਪੈਂਸਿਵ ਮੂਹਰੇ ਕਿਸ ਦੀ ਆਵਾਜ਼ ਆ ਰਹੀ ਹੈ, ਵੋਵਲ ਦੀ ਆ ਰਹੀ ਹੈ। ਅਤੇ ਵੋਵਲ ਦੀ ਆਵਾਜ਼ ਦੇ ਵਿੱਚ ਕੀ ਲਗਾਉਂਦੇ ਹਾਂ ਆਪਾਂ, ਐਨ ਲਗਾਉਂਦੇ ਹੁੰਦੇ ਹਾਂ। ਅਤੇ ਇੱਥੇ ਕੀ ਲੱਗਿਆ ਹੋਇਆ ਏ, ਤਾਂ ਇਹ ਵੀ ਗਲਤ ਹੈ ਇੱਥੇ ਲਾਸਟ ਪਾਰਟ ਦੇ ਵਿੱਚ। ਤਾਂ ਇੱਥੇ ਵੀ ਕੀ ਯੂਜ਼ ਹੋਏਗਾ, ਐਨ। ਠੀਕ ਹੈ ਗਾਈਜ਼, ਤਾਂ ਯੂਜ਼ ਕਰਨਾ ਸਿੱਖ ਗਏ ਹੋਵੋਗੇ। ਇਹ ਬਿਲਕੁਲ ਬੈਸਟ ਤਰੀਕਾ ਹੈ ਏ ਅਤੇ ਐਨ ਦਾ ਯੂਜ਼ ਕਰਨ ਦਾ। ਠੀਕ ਹੈ। ਜਦੋਂ ਕਿ ਤੁਹਾਡੀ ਆਵਾਜ਼ ਸੋ ਵਿਅੰਜਨ ਦੇ ਵਿੱਚ ਆ ਰਹੀ ਹੋਵੇ ਤਾਂ ਆਪਾਂ ਲਗਾਉਣੇ ਆ ਏ। ਜੋ ਸ਼ਬਦ ਹੈ ਜਿਹੜਾ ਸੈਂਟੈਂਸ ਦੀ ਜੋ ਵਰਡ ਹੁੰਦਾ ਉਸ ਦੀ ਆਵਾਜ਼ ਵੋਵਲ ਦੇ ਵਿੱਚ ਆ ਰਹੀ ਹੋਵੇ ਤਾਂ ਆਪਾਂ ਲਗਾਉਂਦੇ ਹੁੰਦੇ ਹਾਂ ਐਨ। ਠੀਕ ਹੈ। ਸੋ ਤੁਹਾਨੂੰ ਮੈਂ ਐਗਜ਼ਾਮਪਲਸ ਵੀ ਦੇਤੀਆਂ ਐਵੇਂ ਹੀ ਪੇਪਰ ਦੇ ਵਿੱਚ। ਸੋ ਐਰਰ ਤੌਰ 'ਤੇ ਤੁਹਾਨੂੰ ਪੁੱਛੀ ਜਾਂਦੀਆਂ ਨੇ। ਠੀਕ ਹੈ। ਅਤੇ ਇਸ ਵੀਡੀਓ ਦੇ ਵਿੱਚ ਗਾਈਜ਼ ਆਪਾਂ ਦੇਖੋ ਏ ਅਤੇ ਐਨ ਦਾ ਯੂਜ਼ ਕੀਤਾ ਹੈ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤਾਂ ਆਪਾਂ ਨੈਕਸਟ ਪਾਰਟ ਦੇਖੋ, ਜੋ ਆਪਣਾ ਦਾ ਰਹਿ ਗਿਆ ਇਸ ਦੇ ਵਿੱਚ। ਠੀਕ ਹੈ। ਇੱਕ ਦਾ ਰਹਿ ਗਿਆ ਆਪਣਾ, ਉਹ ਥੋੜ੍ਹਾ ਜਿਹਾ ਲੰਬਾ ਇਸ ਨਾਲੋਂ। ਉਸ ਦੇ ਵਿੱਚ ਬਹੁਤ ਥਾਵੇਂ ਯੂਜ਼ ਹੁੰਦਾ ਦਾ। ਮੈਂ ਜ਼ਿਆਦਾ ਲੰਬਾ ਵੀਡੀਓ ਨਹੀਂ ਲਾਉਣਾ ਚਾਹੁੰਦਾ ਸੀ ਵੀ ਤੁਸੀਂ ਬੋਰ ਹੋ ਜਾਓ, ਪਰ ਤੁਸੀਂ ਇੰਨਾ ਕੁ ਸਮਝ ਲਓ ਇਹ ਤੁਹਾਡੇ ਲਈ ਬਹੁਤ ਹੈ। ਠੀਕ ਹੈ। ਫਿਰ ਜਦੋਂ ਦਾ ਲਿਆਵਾਂਗੇ ਆਪਾਂ ਉਸ ਦੇ ਵਿੱਚ ਨਾਲ ਐਕਸਰਸਾਈਜ਼ ਵੀ ਕੰਪਲੀਟ ਕਰ ਲਾਂਗੇ ਆਪਾਂ। ਉਸ ਦੇ ਵਿੱਚ ਘੱਟੋ ਘੱਟ ਮੈਂ ਤੁਹਾਨੂੰ ਐਕਸਰਸਾਈਜ਼ ਦੇ ਦਾਂਗਾ ਆਪਣਾ। ਠੀਕ ਹੈ। ਤਾਂ ਤੁਸੀਂ ਉਹਨੂੰ ਹੱਲ ਕਰਕੇ ਵੇਖੋ, ਨਾਲ ਹੀ ਦਾ ਆਪਾਂ ਉਸ ਦਾ ਵੀ ਸੋਲਿਊਸ਼ਨ ਦੇਖ ਲਾਂਗੇ ਨਾਲ। ਜੇਕਰ ਤੁਹਾਨੂੰ ਇਹ ਵੀਡੀਓ ਭਰਵਾਂ ਹੁੰਗਾਰਾ ਮਿਲਿਆ ਵੀ ਵਧੀਆ ਲੱਗੀ, ਠੀਕ ਹੈ, ਫਿਰ ਤਾਂ ਆਪਾਂ ਨੈਕਸਟ ਪਾਰਟ ਲੈ ਆਵਾਂਗੇ ਇਸ ਦਾ, ਨਾਲ ਐਕਸਰਸਾਈਜ਼ ਵੀ ਲੈ ਆਵਾਂਗੇ ਜਿਵੇਂ ਕਿ ਪੇਪਰ ਦੇ ਵਿੱਚ ਆਉਣਗੀਆਂ ਐਕਸਰਸਾਈਜ਼ਾਂ। ਠੀਕ ਹੈ। ਜਿਵੇਂ ਕੁਐਸਚਨ ਪੁੱਛੇ ਜਾਣਗੇ ਪੇਪਰ ਦੇ ਵਿੱਚ। ਤਾਂ ਇਸ ਵੀਡੀਓ ਦੀ ਡਿਪੈਂਡ ਹੈ ਗਾਈਜ਼, ਤੁਹਾਨੂੰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ। ਠੀਕ ਹੈ। ਨੈਕਸਟ ਪਾਰਟ ਵੀ ਲਿਆਵਾਂਗੇ ਇਸੇ ਤਰ੍ਹਾਂ ਆਪਾਂ। ਤਾਂ ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ। ਚੈਨਲ 'ਤੇ ਨਵੇਂ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ। ਠੀਕ ਹੈ। ਤਾਂ ਜੋ ਤੁਸੀਂ ਸਾਡੇ ਨਾਲ ਜੁੜ ਕੇ ਸੋ ਸਿਲੇਬਸ ਕੰਪਲੀਟ ਕਰ ਸਕੋ। ਠੀਕ ਹੈ ਗਾਈਜ਼। ਤਾਂ ਮੈਂ ਇਹ ਕੋਸ਼ਿਸ਼ ਕਰ ਰਿਹਾ ਵੀ ਤੁਹਾਨੂੰ ਜੋ ਜਿੰਨੇ ਵੀ ਆਪਣਾ ਗ੍ਰਾਮਰ ਇੰਗਲਿਸ਼ ਦੀ ਸਿਰਫ ਬੇਸਿਕ ਤਰੀਕੇ ਨਾਲ ਕਰਾਈ ਜਾਵੇ, ਜਿਹੜੀ ਕਿ ਪੇਪਰ ਦੇ ਵਿੱਚ ਪੁੱਛੀ ਜਾਂਦੀ ਹੈ। ਠੀਕ ਹੈ। ਬਹੁਤ ਸਾਰੇ ਸਟੂਡੈਂਟ ਸਾਨੂੰ ਕਮੈਂਟ ਕਰਦੇ ਨੇ ਵੀ ਸਰ ਸਾਨੂੰ ਤਾਂ ਬਿਲਕੁਲ ਨਹੀਂ ਆਉਂਦਾ। ਠੀਕ ਹੈ। ਅਸੀਂ ਜ਼ੀਰੋ ਹਾਂ ਬਿਲਕੁਲ ਇੰਗਲਿਸ਼ ਦੇ ਵਿੱਚ। ਪਰ ਤੁਸੀਂ ਜੇਕਰ ਇੰਨਾ ਵੀ ਕਰ ਲਓਗੇ ਨਾ ਤਾਂ ਤੁਹਾਨੂੰ ਇੰਗਲਿਸ਼ ਦੇ ਵਿੱਚ ਘੱਟੋ ਘੱਟ ਜੇ 20 ਨੰਬਰ ਦੀ ਹੋਈ ਤਾਂ 18 ਨੰਬਰ 17 ਨੰਬਰ ਪੱਕੇ ਕਰ ਲਓਗੇ ਤੁਸੀਂ। ਠੀਕ ਹੈ ਗਾਈਜ਼। ਇਹ ਤਾਂ ਬਹੁਤ ਆਸਾਨ ਤਰੀਕਾ ਸਮਝਣ ਦਾ, ਅਤੇ ਆਈ ਹੋਪ ਸਮਝ ਲੱਗ ਗਿਆ ਹੋਵੇਗਾ। ਅਤੇ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗਾਈਜ਼। ਤਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਸੋ ਦਾ ਆਪਾਂ ਸੋਲਿਊਸ਼ਨ ਕਰ ਲਾਂਗੇ, ਤਾਂ ਨਾਲ ਹੀ ਐਕਸਰਸਾਈਜ਼ ਦੇ ਦਾਂਗੇ। ਓਕੇ, ਥੈਂਕ ਯੂ, ਥੈਂਕਸ ਫॉर ਵਾਚਿੰਗ।